कैप्टन अमरिंदर सिंह जिन्हां ने अपनी पहला पार्टी बनाई कांग्रेस विचों कढ़िया गया सी। उहदियां वल्लों तो पहलां ही कहा जांदा सी कि कैप्टन भाजपा की बोली बोलते हैं। इस दे नाल की भाजपा नूं फर्क पएगा? कैप्टन अमरिंदर सिंह ਨੂੰ ਫਾਇਦਾ ਹੋ ਸਕਦਾ, ਬੀਜੇਪੀ ਨੂੰ ਨਹੀਂ ਮੈਨੂੰ ਲੱਗਦਾ ਫਾਇਦਾ ਹੋਏਗਾ। ਕੈਪਟਨ ਖੱਟ ਗਿਆ ਨਾਲ ਵੱਡੇ ਚਿਹਰੇ ਜਿਹੜੀ ਚਰਚਾ ਸੀ ਨਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ ਵੀ ਜਾ ਸਕਦੇ ਨੇ ਆ ਵੀ ਜਾ ਸਕਦੇ, ਉਹ ਜਾ ਨਹੀਂ ਸਕਦੇ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਫਾਇਦਾ ਹੋ ਸਕਦਾ, ਫਿਲਹਾਲ ਬੀਜੇਪੀ ਨੂੰ ਨਹੀਂ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਉਹਨਾਂ ਨੇ ਨੈਸ਼ਨਲਿਸਟ ਬੜਾ ਸ਼ੋਅ ਕੀਤਾ ਗਾ। ਬੀਜੇਪੀ ਦੀ ਜੋ ਬੀਜੇਪੀ ਦੀ ਭਾਸ਼ਾ ਉਹ ਬੀਜੇਪੀ ਭਾਸ਼ਾ ਤੋਂ ਜ਼ਿਆਦਾ ਅੱਗੇ ਵੱਧ ਕੇ ਬੋਲੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਬੜਾ ਪਾਕਿਸਤਾਨ ਤੇ ਸਿੱਧੇ ਹਮਲੇ ਕੀਤੇ ਹੈਗੇ ਨੇ, ਜਾਂ ਜਿਹੜੇ ਕੈਨੇਡੀਅਨ ਡਿਫੈਂਸ ਮਿਨਿਸਟਰ ਆਏ ਸੀ, ਤੇ ਉਹ ਇਸੇ ਕਰਕੇ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੋਕੀ ਕਹਿਣ ਲੱਗ ਪਏ ਸੀ ਕਿ ਬੀਜੇਪੀ ਦੀ ਬੋਲੀ ਬੋਲਦੇ ਨੇ। ਇੱਕ ਦਿਨ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਪੰਜਾਬ ਵਿਧਾਨ ਸਭਾ ਦਾ, ਇਸ ਦਾ ਮਤਲਬ ਕੀ ਹੈ, ਮਕਸਦ ਕੀ ਹੈ? ਹਰਪਾਲ ਸਿੰਘ ਚੀਮਾ ਕਹਿੰਦਾ 35, ਭਗਵੰਤ ਮਾਨ ਸਾਹਿਬ ਕਹਿੰਦੇ 5 ਤੋਂ 7, ਆਪਣੇ ਅਰਵਿੰਦ ਕੇਜਰੀਵਾਲ ਕਹਿੰਦੇ 10 12, ਕਿਸੇ ਨੂੰ ਪਤਾ ਵੀ ਨਹੀਂ ਅੰਕੜੇ ਕਿੰਨੇ ਹੈਗੇ ਨਾ, ਵੀ ਕੌਣ ਸੱਚਾ ਕੌਣ ਝੂਠਾ। ਪੰਜਾਬ ਪੁਲਿਸ ਇੰਨੀ ਨਕੰਮੀ ਵੀ ਨਹੀਂ ਹੈਗੀ ਕਿ ਹਲੇ ਤੱਕ ਮਸਲਾ ਟਰੇਸ ਨਾ ਹੋਇਆ ਹੋਵੇ ਨਾ ਜੀ। 22 ਸਤੰਬਰ ਨੂੰ ਸਪੈਸ਼ਲ ਬਣੇ ਕਿ ਮੈਚ ਇੱਕ ਸਿਆਸੀ ਡਰਾਮਾ 70-80 ਲੱਖ ਰੁਪਈਆ ਸਰਕਾਰ ਦਾ ਲੱਗ ਜਾਣਾ, ਉੱਥੇ ਘੱਟੋ ਘੱਟ 1 ਕਰੋੜ ਰੁਪਈਆ ਲੱਗੂਗਾ। ਜਾਂ ਵਿਧਾਨ ਸਭਾ ਦੇ ਨਿਯਮ ਕਹਿੰਦੇ ਉਦੋਂ ਬੁਲਾਇਆ ਜਾਂਦਾ ਜਦੋਂ ਤੁਹਾਡੀ ਸਰਕਾਰ ਖਤਰੇ 'ਚ। ਸਾਡੇ ਜਦ ਐਮਐਲਏ ਕਹਿ ਰਹੇ ਕਿ ਅਸੀਂ ਕੱਟੜ ਇਮਾਨਦਾਰ ਆ, ਤੇ ਫਿਰ ਇਹ ਸਿਆਸੀ ਡਰਾਮਾ ਕਰਨ ਦੀ ਕੀ ਲੋੜ ਹੈ? ਇਹ ਭਰੋਸਗੀ ਜਿਹੜਾ ਮਤਾ ਹੈ ਉਹੀ ਪਾਸ ਹੋਏਗਾ ਜਾਂ ਫਿਰ ਹੋਰ ਵੀ ਕੋਈ ਫੈਸਲਾ ਲਿਆ ਜਾ ਸਕਦਾ ਉਸ ਦਿਨ ਪੰਜਾਬ ਦੇ ਲੋਕਾਂ ਲਈ? ਤੇ ਤੁਸੀਂ ਆਪਣੇ ਜਿਹੜੇ 92 ਵਿਧਾਇਕ, ਜ਼ਰੂਰੀ ਤੁਸੀਂ ਉੱਥੇ ਇੱਕ ਦਿਨ ਦਾ ਡਰਾਮਾ ਕਰਨਾ ਹੈਗਾ? ਤੁਸੀਂ 1 ਕਰੋੜ ਰੁਪਈਆ ਖਰਚ ਕਰ ਦੇਣਾ ਹੈਗਾ ਪੰਜਾਬ ਦੇ ਖਜ਼ਾਨੇ 'ਚੋਂ, ਤੁਸੀਂ 92 ਵਿਧਾਇਕ ਚੁੱਕ ਕੇ ਗਵਰਨਰ ਕੋਲ ਲੈ ਜਾਓ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਅੱਜ ਅਸੀਂ ਪੰਜਾਬ ਦੀ ਸਿਆਸਤ ਨਾਲ ਜੁੜੀ ਗੱਲ ਵੀ ਕਰਾਂਗੇ, ਕਿਉਂਕਿ ਇਸ ਤੇ ਗੱਲ ਕਰਨੀ ਲਾਜ਼ਮੀ ਹੈ। ਪੰਜਾਬ ਦੇ ਕੈਪਟਨ ਕਹੇ ਜਾਣ ਵਾਲੇ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਆਪਣੀ ਪਹਿਲਾਂ ਪਾਰਟੀ ਬਣਾਈ ਕਾਂਗਰਸ ਵਿੱਚੋਂ ਕੱਢਿਆ ਗਿਆ ਸੀ, ਤੇ ਅੱਜ ਸਾਰਿਆਂ ਨੂੰ ਪਤਾ ਹੈ ਕਿ ਉਹ ਹੁਣ ਭਾਜਪਾ ਦੇ ਵਿੱਚ ਆਪਣੀ ਪਾਰਟੀ ਦਾ ਰਲੇਵਾਂ ਕਰ ਚੁੱਕੇ ਨੇ। ਔਰ ਉਹਨਾਂ ਦੇ ਵਿਰੋਧੀਆਂ ਵੱਲੋਂ ਤਾਂ ਪਹਿਲਾਂ ਹੀ ਕਿਹਾ ਜਾਂਦਾ ਸੀ ਕਿ ਕੈਪਟਨ ਭਾਜਪਾ ਦੀ ਬੋਲੀ ਬੋਲਦੇ ਨੇ, ਉਹਨਾਂ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਨੇ। ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਾਅਦ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਸਾਡੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਖਮਿਆਜਾ ਸਾਨੂੰ ਤਾਂ ਭੁਗਤਣਾ ਪਿਆ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਭਾਜਪਾ ਦੇ ਪਹਿਲਾਂ ਤੋਂ ਸੀ, ਉਹਨਾਂ ਦੇ ਨਾਲ ਗੋਦੀ 'ਚ ਬਹਿ ਕੇ ਸਰਕਾਰ ਚਲਾਉਂਦੇ ਰਹੇ, ਕਾਂਗਰਸ ਦੇ ਮੁੱਖ ਮੰਤਰੀ ਹੁੰਦਿਆਂ। ਇਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਇੱਕ ਹੋਰ ਅਹਿਮ ਵਿਸ਼ੇ ਦੇ ਉੱਤੇ। ਮੇਰੇ ਨਾਲ ਸੀਨੀਅਰ ਪੱਤਰਕਾਰ ਨੇ ਜਗਤਾਰ ਸਿੰਘ ਭੁੱਲਰ ਜੀ। ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਇਸੇ ਮਸਲੇ ਤੇ ਜੇ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਸਿੰਘ ਹੋਰ ਬਾਕੀਆਂ ਨੂੰ ਵੀ ਨਾਲ ਲੈ ਕੇ ਗਏ ਨੇ, ਕਾਂਗਰਸ ਦੇ ਲੀਡਰਾਂ ਨੂੰ ਵੀ, ਔਰ ਆਪਣੀ ਪਾਰਟੀ ਦਾ ਰਲੇਵਾਂ ਵੀ ਭਾਜਪਾ ਵਿੱਚ ਕਰ ਦਿੱਤਾ। ਇਸ ਦੇ ਨਾਲ ਕੀ ਭਾਜਪਾ ਨੂੰ ਫਰਕ ਪਏਗਾ ਮਜ਼ਬੂਤੀ ਵਾਲੇ ਪਾਸੇ, ਜਾਂ ਫਿਰ ਕੋਈ ਫਰਕ ਖਾਸਾ ਪੈਣ ਵਾਲਾ ਨਹੀਂ? ਸੰਦੀਪ, ਮੈਨੂੰ ਲੱਗਦਾ ਕਿ ਇੱਕ ਤੇ ਕੈਪਟਨ ਅਮਰਿੰਦਰ ਸਿੰਘ ਦੀ 80 ਸਾਲ ਉਮਰ ਹੋ ਚੁੱਕੀ ਆ, ਔਰ ਉਹ ਲੱਗਦਾ ਕਿਉਂਕਿ ਜੋ ਬੀਜੇਪੀ ਦਾ ਫੰਡਾ ਹੈਗਾ ਕਿ ਜੇ ਤੁਹਾਡੀ 75 ਸਾਲ ਦੀ ਉਮਰ ਆ ਤੁਸੀਂ ਚੋਣ ਨਹੀਂ ਲੜ ਸਕਦੇ। ਇਹ ਤਾਂ ਸਪਸ਼ਟ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਨਹੀਂ ਲੜੇਗਾ, ਨਾ 24 ਦੀ ਨਾ 27 ਦੀ। ਠੀਕ ਹੈ ਜੀ, ਇਹ ਤਾਂ ਬੜਾ ਕਲੀਅਰ ਫੰਡਾ ਹੈਗਾ। ਇੱਕ ਸੌਦਾ ਲੱਗਦਾ ਹੋਇਆ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦਾ। ਜਿੱਥੋਂ ਤੱਕ ਬੀਜੇਪੀ ਨੂੰ ਫਾਇਦਾ ਹੋਏਗਾ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਫਾਇਦਾ ਹੋਏਗਾ, ਕੈਪਟਨ ਅਮਰਿੰਦਰ ਸਿੰਘ ਨੂੰ ਫਾਇਦਾ ਹੋ ਸਕਦਾ, ਬੀਜੇਪੀ ਨੂੰ ਨਹੀਂ ਮੈਨੂੰ ਲੱਗਦਾ ਫਾਇਦਾ ਹੋਏਗਾ, ਕਿਉਂਕਿ ਉਹਨਾਂ ਪਹਿਲਾਂ ਵੀ ਜਿਹੜੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ, ਉਹਦਾ ਉਹਨਾਂ ਦੇ ਸਾਰੇ ਦੇ ਸਾਰੇ ਜਿਹੜੇ ਉਮੀਦਵਾਰ ਨੇ ਉਹ ਲੋਕ ਕਾਂਗਰਸ ਦਾ ਜਿਹੜਾ ਚੋਣ ਨਿਸ਼ਾਨ ਉਸ 'ਤੇ ਨਹੀਂ ਸੀ। ਉਹ ਉਹਨਾਂ ਨੇ ਚੋਣ ਲੜੀ ਕਮਲ ਦੇ ਫੁੱਲ 'ਤੇ ਲੜੀ ਸੀ, ਤੇ ਇਟ ਮੀਨ ਕਿ ਉਹਨਾਂ ਦੀ ਖੁਦ ਹੀ ਉਹਨਾਂ ਦੀ ਪਟਿਆਲੇ ਆਪਣੀ ਜੱਦੀ ਸੀਟ ਤੋਂ ਹੀ ਬੜੀ ਬੁਰੀ ਤਰ੍ਹਾਂ ਹਾਰੇ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਫਿਲਹਾਲ ਆਪਾਂ ਕਹਿ ਸਕਦੇ ਕਿ ਕੈਪਟਨ ਖੱਟ ਗਿਆ ਤੇ ਬੀਜੇਪੀ ਨਹੀਂ ਹੱਲੇ ਖੱਟ ਸਕਦੀ, ਕਿਉਂਕਿ ਹਜੇ ਕੋਈ ਚੋਣਾਂ ਵੀ ਨਹੀਂ ਹੈ ਕੈਪਟਨ ਦਾ, ਉਹਨਾਂ ਨੂੰ ਜ਼ਿਆਦਾ ਕੋਈ ਫਾਇਦਾ ਵੀ ਨਹੀਂ ਹੋਣਾ। ਰਹੀ ਗੱਲ ਕਿ ਕੋਈ ਕੈਪਟਨ ਅਮਰਿੰਦਰ ਨੂੰ ਕਿਉਂਕਿ ਲੱਗਦਾ ਕਿ 80 ਸਾਲ ਉਮਰ ਹੈ, ਗਾਂ ਸਿਆਸਤ ਦੇ ਵਿੱਚ ਆਪਣਾ ਇਹ ਪਰਿਵਾਰ ਨੂੰ ਅੱਗੇ ਵੀ ਤੋਰਨਾ ਹੈਗਾ, ਤੇ ਉਹ ਆਪਣੀ ਕੁੜੀ ਜੈਇੰਦਰ ਕੌਰ ਨੂੰ ਤੇ ਬੇਟੇ ਰਾਨਿੰਦਰ ਕੌਰ ਨੂੰ, ਨਾਲ ਜੈਇੰਦਰ ਕੌਰ ਦਾ ਜਿਹੜਾ ਲੜਕਾ ਨਿਰਵਾਨ, ਉਹਨੂੰ ਵੀ ਨਾਲ ਬੀਜੇਪੀ 'ਚ ਉਹਨਾਂ ਨੇ ਸ਼ਾਮਲ ਕਰਵਾ ਦਿੱਤਾ ਹੈਗਾ। ਤੇ ਜਿੱਥੋਂ ਤੱਕ ਨਾਲ ਅਜੈਬ ਸਿੰਘ ਭੱਟੀ ਡਿਪਟੀ ਸਪੀਕਰ ਰਹਿ ਚੁੱਕੇ ਨੇ, 3 ਵਾਰਾਂ ਐਮਐਲਏ ਰਹਿ ਚੁੱਕੇ ਨੇ। ਉਸ ਤੋਂ ਪਹਿਲਾਂ ਪੀਸੀਐਸ ਅਫਸਰ ਸੀ, ਦਲਿਤ ਚਿਹਰਾ ਸੀ ਮਾਲਵੇ ਦਾ, ਉਹਨਾਂ ਨੂੰ ਚਰਨ ਸਿੰਘ ਚੰਨੀ ਵੇਲੇ ਨਹੀਂ ਮਿਲੀ ਸੀਟ, ਤੇ ਇਸ ਕਰਕੇ ਉਹ ਬਾਅਦ 'ਚ ਨਾਰਾਜ਼ ਹੋ ਗਏ ਸੀ। ਉਹਨਾਂ ਦੀ ਘਰਵਾਲੀ ਨੇ ਜਾਤ ਤੌਰ 'ਤੇ ਚੋਣ ਲੜੀ ਸੀ, ਉਹ ਇੱਕ ਚਿਹਰਾ। ਬਾਕੀ ਜਿਹੜੇ ਕਾਂਗਰਸ ਦੇ ਨਾਲ ਕੈਪਟਨ ਦੇ ਨਾਲ ਗਏ ਨੇ, ਜਿਹੜੇ ਐਮਐਲਏ ਸੀ, ਇੱਕ ਲੇਡੀ ਉਹਨਾਂ ਦਾ ਨਾਮ, ਉਹਨਾਂ ਨੂੰ ਵੀ ਟਿਕਟ ਨਹੀਂ ਮਿਲੀ ਸੀ। ਜਿਹੜੀ ਅਕਾਲੀ ਦਲ 'ਚ ਪਰਿਵਾਰ ਆ, ਫਿਰ ਉਹ ਕੈਪਟਨ ਦੇ ਨਾਲ ਆ ਗਿਆ। ਫਰਜ਼ਾਨਾ ਆਲਮ, ਜਿਹੜੀ ਅਜ਼ਾਰ ਆਲਮ ਦੀ ਵਾਈਫ, ਉਹ ਜਿਹੜੀ ਆ ਉਹ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਗਈ ਆ। ਕਮਲਜੀਤ ਸੈਣੀ ਗਏ ਨੇ, ਜਿਨ੍ਹਾਂ ਨੇ ਖਰੜ ਤੋਂ ਚੋਣ ਲੜੀ ਸੀ। ਕੋਈ ਨਾਲ ਵੱਡੇ ਚਿਹਰੇ ਜਿਹੜੀ ਚਰਚਾ ਸੀ ਨਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ ਵੀ ਜਾ ਸਕਦੇ ਨੇ ਆ ਵੀ ਜਾ ਸਕਦੇ, ਉਹ ਜਾ ਨਹੀਂ ਸਕਦੇ ਸੀ, ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਉਹਦੇ ਨਾਲ ਜਾਣਾ ਹੁੰਦਾ ਨਾ
ਵੱਡੇ ਵੱਡੇ ਚਿਹਰੇ ਨੇ ਤੇ ਉਦੋਂ ਚਲੇ ਜਾਣਾ ਸੀ ਜਦੋਂ ਇਹਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈਆਂ, ਜਾਂ ਉਦੋਂ ਹੀ ਜਾ ਸਕਦੇ ਸੀ ਜਦੋਂ ਉਦੋਂ ਹੀ ਸ਼ਕਤੀ ਪ੍ਰਦਰਸ਼ਨ ਕਰ ਸਕਦੇ ਸੀ ਕੈਪਟਨ ਅਮਰਿੰਦਰ ਸਿੰਘ, ਜਦੋਂ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਧੱਕੇ ਦੇ ਨਾਲ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਜਾਂ ਲਾਇਆ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫਾਇਦਾ ਹੋ ਸਕਦਾ, ਫਿਲਹਾਲ ਬੀਜੇਪੀ ਨੂੰ ਨਹੀਂ ਹੋ ਸਕਦਾ। ਹਾਂ, ਬੀਜੇਪੀ ਨੂੰ, ਕਿਉਂਕਿ ਬੀਜੇਪੀ 27 ਦੀਆਂ ਚੋਣਾਂ ਲੈ ਕੇ ਚੱਲ ਰਹੀ ਹੈ, ਉਹਨਾਂ ਨੂੰ ਸਿੱਖ ਫੇਸ ਚਾਹੀਦੇ ਹੈਗੇ ਨੇ, ਤੇ ਇਸ ਕਰਕੇ ਉਹ ਸਿੱਖ ਫੇਸ ਦੇ ਮੱਦੇਨਜ਼ਰ ਇਹ ਬੀਜੇਪੀ ਨੂੰ ਬੰਦੇ ਚਾਹੀਦੇ ਹੈਗੇ ਨੇ। ਤੇ ਉਹ ਜਿਹੜੀ ਭਰਪਾਈ ਆ ਉਹ ਮੈਨੂੰ ਲੱਗਦਾ ਕਿ ਕੈਪਟਨ ਦੇ ਜ਼ਰੀਏ ਬੀਜੇਪੀ ਨੂੰ ਉਹਦਾ ਫਾਇਦਾ ਹੋ ਸਕਦਾ ਕਿ ਹਾਂ ਇਹ ਜਿਹੜੇ ਚਿਹਰੇ ਨੇ ਇਹ ਕੈਪਟਨ ਅਮਰਿੰਦਰ ਸਿੰਘ ਲੈ ਗਿਆ। ਔਰ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਉਹਨਾਂ ਨੇ ਨੈਸ਼ਨਲਿਸਟ ਬੜਾ ਸ਼ੋਅ ਕੀਤਾ ਗਾ। ਬੀਜੇਪੀ ਦੀ ਭਾਸ਼ਾ ਹੀ ਉਹ ਬੀਜੇਪੀ ਦੀ ਭਾਸ਼ਾ ਤੋਂ ਜ਼ਿਆਦਾ ਉਹ ਅੱਗੇ ਵੱਧ ਕੇ ਬੋਲੇ ਨੇ। ਤੇ ਜਿਸ ਤਰ੍ਹਾਂ ਰਾਜਾ ਅਮਰਿੰਦਰ ਸਿੰਘ ਵੜਿੰਗ ਜਾਂ ਹੋਰ ਲੋਕਾਂ ਨੇ ਕਿਹਾ, ਉਹ ਮੰਨਦੇ ਹੈਗੇ ਨੇ ਕਿ ਜੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਤੇ ਸ਼ਾਇਦ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਕਰਕੇ ਨੁਕਸਾਨ ਹੋਇਆ ਜੀ। ਇਸ ਨੂੰ ਲੈ ਕੇ ਅੱਜ ਵੀ ਸਟੇਜ ਦੇ ਉੱਤੋਂ ਉੱਥੇ ਮੰਤਰੀ ਸੀ, ਜਿਹੜੇ ਕੇਂਦਰੀ ਮੰਤਰੀ ਵੀ ਹਾਜ਼ਰ ਰਹੇ, ਔਰ JP ਨੱਡਾ ਵੀ ਪ੍ਰਧਾਨ ਭਾਜਪਾ ਦੇ ਨੇ ਜਿਹੜੇ, ਉਹ ਵੀ ਹਾਜ਼ਰ ਰਹੇ। ਉਹਨਾਂ ਨੇ ਵੀ ਇਸ ਗੱਲ ਦਾ ਕਿਹਾ ਕਿ ਸਾਡੇ ਪਹਿਲਾਂ ਤੋਂ ਹੀ ਅਸੀਂ ਤਾਂ ਤੈਅ ਕੀਤਾ ਹੋਇਆ ਸੀ, ਕਿਉਂਕਿ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਭਾਵੇਂ ਕਾਂਗਰਸ ਦੇ ਵਿੱਚ ਸੀ ਕੈਪਟਨ ਅਮਰਿੰਦਰ ਸਿੰਘ, ਪਰ ਉਹ ਬੋਲਦੇ ਨਜ਼ਰ ਆਉਂਦੇ ਸੀ, ਕਿਉਂਕਿ ਸੁਰੱਖਿਆ ਦੇ ਨਾਂ ਦੇ ਉੱਤੇ ਕਾਫੀ ਸਿਆਸਤ ਕਰਦੀ ਹੈ ਭਾਜਪਾ ਦੀ ਪਾਰਟੀ। ਬਿਲਕੁਲ, ਇਹ ਤਾਂ ਹੈ ਹੀ ਹੈ ਜੀ। ਕੈਪਟਨ ਅਮਰਿੰਦਰ ਸਿੰਘ ਨੇ ਬੜਾ ਪਾਕਿਸਤਾਨ ਤੇ ਸਿੱਧੇ ਹਮਲੇ ਕੀਤੇ ਹੈਗੇ ਨੇ, ਜਾਂ ਜਿਹੜੇ ਕੈਨੇਡੀਅਨ ਡਿਫੈਂਸ ਮਿਨਿਸਟਰ ਆਏ ਸੀ ਉਹਨਾਂ ਦੇ ਸਿੱਧੇ ਹਮਲੇ ਕੀਤੇ ਹੈਗੇ ਨੇ। ਤਾਂ ਕਿਤੇ ਨਾ ਕਿਤੇ ਲੱਗਦਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਫੀ ਨੁਕਤਾਚੀਨੀ ਕੀਤੀ ਹੈਗੀ ਹੈ ਕਿ ਕਿਵੇਂ ਇਹ ਉਹਨੂੰ ਨਹੀਂ ਮਿਲੇਗੇ, ਸੱਜਣ ਸਿੰਘ ਨੂੰ ਨਹੀਂ ਸੀ ਮਿਲੇ ਹੈਗੇ। ਪਾਕਿਸਤਾਨ ਇੱਕ ਪਾਸੇ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਹੋਇਆ ਸੀ, ਇਹਨਾਂ ਨੇ ਫਿਰ ਉੱਥੋਂ ਦੇ ਪਾਕਿਸਤਾਨ ਦੇ ISI ਦੇ ਚੀਫ ਜਾਂ ਇਮਰਾਨ ਖਾਨ ਤੇ ਬੜੇ ਟਿੱਪਣੀਆਂ ਕੀਤੀਆਂ ਹੈਗੀਆਂ। ਉਹ ਜਿੱਦਾਂ ਦਾ ਸਦਭਾਵਨਾ ਵਾਲਾ ਮਾਹੌਲ ਸੀ ਉਸ ਸਮੇਂ ਟਿੱਪਣੀਆਂ ਨਹੀਂ ਜੱਚਦੀਆਂ ਵੀ ਨਹੀਂ ਤੇ ਨਾ ਚੰਗੀਆਂ ਲੱਗਦੀਆਂ ਸੀ। ਤੇ ਉਹ ਇਸੇ ਕਰਕੇ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੋਕੀ ਕਹਿਣ ਲੱਗ ਪਏ ਸੀ ਕਿ ਬੀਜੇਪੀ ਦੇ ਬੋਲੀ ਬੋਲਦੇ ਨੇ। ਆਪਾਂ ਨਾਮ ਮੈਂ ਭੁੱਲ ਗਿਆ ਸੀ, ਜਿਸ ਤਰ੍ਹਾਂ ਅਜੈਬ ਸਿੰਘ ਭੱਟੀ, ਅਮਰੀਕ ਸਿੰਘ ਆਲੀਵਾਲੇ ਸਾਬਕਾ MP ਰਹਿ ਚੁੱਕੇ ਨੇ, ਪ੍ਰੇਮ ਮਿੱਤਲ, ਹਰਚੰਦ ਕੌਰ ਜਿਹੜੇ ਮੈਂ ਲੇਡੀ MLA ਦੀ ਗੱਲ ਕਰ ਰਿਹਾ ਸੀ, ਹਰਜਿੰਦਰ ਸਿੰਘ ਠੇਕੇਦਾਰ ਆ, ਬਲਬੀਰ ਰਾਣੀ ਸੋਢੀ, ਇਹ ਫਾਰਮਰ ਮਹਿਲਾ ਕਾਂਗਰਸ ਪ੍ਰੈਜ਼ੀਡੈਂਟ, ਇਹ 15 ਦਿਨ ਇਹਨਾਂ ਛੱਡੀਏ ਸੀ। ਇਹ ਜਿਹੜੇ ਲੋਕ ਨੇ ਬੀਜੇਪੀ 'ਚ ਸ਼ਾਮਲ ਹੋਏ ਨੇ। ਪਰ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿੱਥੋਂ ਤੱਕ ਮਸਲਾ ਹੈ, ਦੇਖੋ 80 ਸਾਲ ਦੀ ਉਮਰ 'ਚ ਸਿਆਸਤ ਨਹੀਂ ਹੁਣ ਕਰ ਸਕਦੇ, ਔਰ ਬੀਜੇਪੀ ਦਾ ਕਲੀਅਰ ਫੰਡਾ ਕਿ ਗਾਂ ਪ੍ਰਧਾਨ ਮੰਤਰੀ ਵੀ 75 ਸਾਲ ਦੇ ਹੋ ਜਾਣਗੇ, 24 ਦੇ ਵਿੱਚ ਚੋਣ ਲੜਦੇ ਕਿ ਨਹੀਂ ਲੜਦੇ ਹੈਗੇ ਨਾ। ਤੇ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਬੀਜੇਪੀ ਐਡਜਸਟ ਕਰੇਗੀ। ਔਰ ਬੀਜੇਪੀ ਪੰਜਾਬ ਦੇ ਵਿੱਚ ਸਿੱਖ ਚਿਹਰੇ ਲੱਭ ਰਹੀ ਸੀ, ਉਹਨਾਂ ਹੌਲੀ ਲੱਭਣੇ ਸ਼ੁਰੂ ਕਰ ਦਿੱਤੇ। ਰਾਣਾ ਗੁਰਮੀਤ ਸਿੰਘ ਸੋਢੀ, ਕੇਵਲ ਸਿੰਘ ਢਿੱਲੋਂ, ਅਮਰੀਕ ਸਿੰਘ ਆਲੀਵਾਲ, ਹਰਜਿੰਦਰ ਸਿੰਘ ਠੇਕੇਦਾਰ, ਫਤਿਹ ਜੰਗ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਇਹ ਜਿੰਨੇ ਵੀ ਸਾਰੇ ਗਏ ਸੀ ਜਿੱਥੇ ਲੱਗਦਾ ਕਿ ਬੀਜੇਪੀ ਨੂੰ ਆਪਣੇ, ਗੁਰਪ੍ਰੀਤ ਸਿੰਘ ਕਾਂਗੜ, ਜਿੱਥੇ ਇਹਨੂੰ ਲੱਗਦਾ ਸੀ ਕਿ ਬੀਜੇਪੀ ਨੂੰ ਸਿੱਖ ਚਿਹਰੇ ਚਾਹੀਦੇ, ਕਿਉਂਕਿ ਪੰਜਾਬ 'ਚ 117 ਸੀਟਾਂ 'ਚੋਂ 78-80 ਸੀਟਾਂ ਕਰੀਬ ਇਹ ਜੇ ਪਿਓਰ ਪੇਂਡੂ ਤਬਕੇ ਵਾਲੀਆਂ ਨੇ, ਪਿਓਰ ਸਿੱਖ ਭਾਈਚਾਰਾ ਡੋਮੀਨੇਟ ਕਰਦਾ ਹੈਗਾ। ਤੇ ਇਸ ਕਰਕੇ ਉੱਥੇ ਬੀਜੇਪੀ ਨੂੰ ਲੱਗਦਾ ਕਿ ਕੈਂਡੀਡੇਟ ਗਾਂ ਭਵਿੱਖ ਦੇ ਵਿੱਚ ਤਲਾਸ਼ਣੇ ਨਹੀਂ ਪੈਣਗੇ, ਤੇ ਕੈਪਟਨ ਅਮਰਿੰਦਰ ਸਿੰਘ ਕਰਕੇ ਉਹਨਾਂ ਨੂੰ ਇੱਕ ਮਜ਼ਬੂਤ ਇੱਕ ਚਿਹਰੇ, ਚੋਣਾਂ ਜਿੱਤਦੇ ਜਾਂ ਹਾਰਦੇ ਉਹ ਬਾਅਦ ਦੀ ਗੱਲ, ਪਰ ਇੱਕ ਵੱਡੇ ਚਿਹਰੇ ਮਿਲੇਗੇ ਕੈਪਟਨ ਅਮਰਿੰਦਰ ਦੇ ਜ਼ਰੀਏ ਬੀਜੇਪੀ ਨੂੰ ਜੀ। ਅਗਲਾ ਇੱਕ ਮਸਲਾ ਪੰਜਾਬ ਦੀ ਸਿਆਸਤ ਨਾਲ ਜੁੜਿਆ, ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਵੱਡੀ ਕਨਵੈਨਸ਼ਨ ਕਰਦੇ ਆ ਦਿੱਲੀ ਦੇ ਵਿੱਚ। ਪੰਜਾਬ ਦੀ ਸਾਰੀ ਲੀਡਰਸ਼ਿਪ, ਆਮ ਆਦਮੀ ਪਾਰਟੀ ਦੀ ਚੁਣੇ ਹੋਏ ਨੁਮਾਇੰਦੇ ਮੰਤਰੀਆਂ ਸਮੇਤ ਉੱਥੇ ਪਹੁੰਚ ਜਾਂਦੇ ਨੇ। ਮੁੱਖ ਮੰਤਰੀ ਖੁਦ ਬਾਹਰ ਫਸ ਗਏ ਸੀ, ਕਹਿੰਦੇ ਕਿ ਫਲਾਈਟ ਕਿਸੇ ਕਾਰਨਾਂ ਕਰਕੇ ਲੇਟ ਹੋ ਗਈ, ਉਸ 'ਤੇ ਵੀ ਕਈ ਸਿਆਸਤ ਹੋ ਰਹੀ ਹੈ। ਕੋਈ ਕਹਿੰਦਾ ਕਿ ਉਹਨਾਂ ਨੇ ਸ਼ਰਾਬ ਪੀਤੀ ਸੀ, ਇਸ ਕਰਕੇ ਉਹਨਾਂ ਨੂੰ ਉਤਾਰ ਦਿੱਤਾ ਗਿਆ। ਤੇ ਉੱਥੋਂ ਕਈ ਦਲੀਲਾਂ ਇਹ ਦਿੱਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਕਿ ਬਦਨਾਮ ਕੀਤਾ ਜਾ ਰਿਹਾ, ਇਸ ਤਰ੍ਹਾਂ ਨਹੀਂ ਹੋਇਆ, ਫਲਾਈਟ ਲੇਟ ਹੋਈ ਸੀ, ਇਸ ਕਰਕੇ ਹੋਇਆ। ਤਾਂ ਹੁਣ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਪੰਜਾਬ ਵਿਧਾਨ ਸਭਾ ਦਾ, ਇਸ ਦਾ ਮਤਲਬ ਕੀ ਹੈ, ਮਕਸਦ ਕੀ ਹੈ? ਮੈਨੂੰ ਲੱਗਦਾ ਕਿ ਇਹਦੀ ਲੋੜ ਨਹੀਂ ਹੈਗੀ ਸੀ। ਜਿਹੜੀ ਇਹ ਬੇਭਰੋਸਗੀ ਮਤਾ ਲੈ ਕੇ ਆ ਰਹੇ ਨੇ, ਦੀ ਲੋੜ ਨਹੀਂ ਹੈਗੀ। ਬੇਭਰੋਸਗੀ ਮਤਾ ਉਦੋਂ ਲਿਆਇਆ ਜਾਂਦਾ ਹੈਗਾ ਜਦੋਂ ਸਰਕਾਰ ਖਤਰੇ 'ਚ ਹੁੰਦੀ, ਕਿ ਸਰਕਾਰ 'ਚੋਂ ਅੱਧੇ MLA ਟੁੱਟ ਕੇ ਤੇ ਦੂਜੀ ਪਾਰਟੀ 'ਚ ਜਾ ਸਕਦੇ ਹੈਗੇ ਨੇ। ਨਾ ਸਰਕਾਰ, ਕਾਂਗਰਸ ਨੇ ਤੋੜਨ ਦੇ ਯਤਨ ਕੀਤੇ ਕਿ ਸਭ ਤੋਂ ਵੱਧ ਤੇ MLA ਕਾਂਗਰਸ ਪਾਰਟੀ ਦੇ 18 ਨੇ, ਅਕਾਲੀ ਦਲ ਦੇ 3 ਨੇ, ਬੀਜੇਪੀ ਦੇ 2 ਨੇ। ਪਰ ਕਿਉਂਕਿ ਕਹਿੰਦੇ ਹੁੰਦੇ ਨੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਿਵਾਂ ਇਕੱਲੀ, ਔਰ ਸਕ੍ਰਿਪਟ ਸਾਰੀ ਦਿੱਲੀੋਂ ਤਿਆਰ ਹੋਈ ਸੀ। ਇਹੋ ਜਿਹੜਾ ਮਸਲਾ ਵੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਕੀਤਾ ਕਿ ਬੀਜੇਪੀ ਆਪਰੇਸ਼ਨ ਲੋਟਸ ਚਲਾਇਆ ਜੀ, ਦਿੱਲੀ 'ਚ ਸਰਕਾਰ ਤੋੜ ਸਕਦੇ ਨੇ, ਉਹ ਸਾਰਾ ਇਹਨਾਂ ਨੇ ਫਿਰ ਦੇਖੋ ਜੀ, ਸਾਡਾ ਇਹ ਬੰਦੇ ਕੱਟੜ ਇਮਾਨਦਾਰ, ਕੋਈ ਟੁੱਟ ਕੇ ਨਹੀਂ ਗਿਆ। ਪਹਿਲੀ ਗੱਲ ਹੈ ਕਿ ਤੁਹਾਨੂੰ ਤੋੜਨਾ ਕੌਣ ਚਾਹੁੰਦਾ ਸੀ, ਤੁਸੀਂ ਸੈਂਟਰ ਵੀ ਉੱਥੇ ਵੀ ਆਪਣੀ ਵਿਜੀਲੈਂਸ ਨੂੰ ਜਾਂਚ ਦੇ ਸਕਦੇ ਸੀ, ਇੱਥੇ ਕਿਉਂ ਨਹੀਂ ਦਿੱਤੀ ਹਜੇ ਤੱਕ? ਤੁਸੀਂ ਇੱਥੇ ਅਣਪਛਾਤਿਆਂ ਤੇ ਪਰਚਾ ਦਰਜ ਕਰੋ। ਇੱਕ ਪੋਲੀਟੀਕਲ ਇਹਨਾਂ ਨੇ ਇੱਕ ਗਿਮਿਕ ਖੇਡੀ ਆ, ਸਿਆਸਤ ਕਰੀ ਆਮ ਆਦਮੀ ਪਾਰਟੀ, ਔਰ
ਉੱਥੇ ਜੋ ਕੋਈ ਐਪੀਸੋਡ 1 ਕੀਤਾ, ਜਾਂ ਕਹਿ ਸਕਦੇ ਕਿ ਦਿੱਲੀ ਪਾਰਟ 2 ਪੰਜਾਬ 'ਚ ਸ਼ੁਰੂ ਹੋਇਆ। ਆਪਰੇਸ਼ਨ ਲੋਟਸ ਦਾ ਨਾਮ ਇਹਨਾਂ ਦਿੱਤਾ ਹੈਗਾ। ਵੀ ਪਹਿਲੀ ਗੱਲ, ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਕਿ ਸਾਡੇ ਕੋਈ ਕਹਿੰਦਾ ਹਰਪਾਲ ਸਿੰਘ ਚੀਮਾ ਕਹਿੰਦਾ 35, ਭਗਵੰਤ ਮਾਨ ਸਾਹਿਬ ਕਹਿੰਦੇ 5 ਤੋਂ 7, ਤੇ ਆਪਣੇ ਅਰਵਿੰਦ ਕੇਜਰੀਵਾਲ ਕਹਿੰਦੇ 10-12। ਕਿਸੇ ਨੂੰ ਪਤਾ ਵੀ ਨਹੀਂ ਅੰਕੜੇ ਕਿੰਨੇ ਹੈਗੇ ਨਾ, ਵੀ ਕੌਣ ਸੱਚਾ ਕੌਣ ਝੂਠਾ। ਜਾਂ ਅੰਕੜੇ ਘੱਟੋ ਘੱਟ ਇੱਕ ਰੱਖ ਲਓ ਨਾ, ਜੇ 35 ਹੈ ਤਾਂ 35 ਹੈ, 35 ਹੈ ਤਾਂ 5 ਵੀ ਹੋ ਜਾਂਦੇ ਨੇ, ਤੇ 5 ਤੋਂ 10 ਵੀ ਹੋ ਜਾਂਦੇ ਹੈਗੇ ਨੇ। ਤੇ ਤੁਸੀਂ ਪ੍ਰੂਫ ਦਿੱਤੇ ਨੇ ਹਜੇ ਤੱਕ ਅਣਪਛਾਤੇ। ਔਰ ਪੰਜਾਬ ਪੁਲਿਸ ਇੰਨੀ ਨਕੰਮੀ ਵੀ ਨਹੀਂ ਹੈਗੀ ਕਿ ਹਲੇ ਤੱਕ ਮਸਲਾ ਟਰੇਸ ਨਾ ਹੋਇਆ ਹੋਵੇ ਨਾ ਜੀ। ਤੁਸੀਂ ਤੇ ਜਿੱਥੋਂ ਮਰਜ਼ੀ ਬੰਦਾ ਫੜ ਕੇ ਲਿਆ ਸਕਦੇ ਹੋ, ਫਿਰ ਤੁਹਾਡੇ ਕੋਲ ਤੱਕ ਸਬੂਤ, ਸਰਕਾਰ ਕਹਿੰਦੀ ਅਸੀਂ ਸਬੂਤ ਦਿੱਤੇ। ਤੇ ਮੈਨੂੰ ਲੱਗਦਾ ਜਿਹੜਾ 22 ਸਤੰਬਰ ਨੂੰ ਸਪੈਸ਼ਲ ਬਣੇ ਇੱਕ ਮੈਚ, ਇੱਕ ਸਿਆਸੀ ਡਰਾਮਾ, 70-80 ਲੱਖ ਰੁਪਈਆ ਸਰਕਾਰ ਦਾ ਲੱਗ ਜਾਣਾ ਉੱਥੇ, ਘੱਟੋ ਘੱਟ 1 ਕਰੋੜ ਰੁਪਈਆ ਲੱਗੂਗਾ, ਕਿਉਂਕਿ MLAs ਨੇ, TADA ਸਾਰੇ ਇਹਨਾਂ ਦੇ ਬੰਨੇ ਹੈਗੇ ਨੇ। ਤੇ ਤੁਸੀਂ ਸਿਰਫ ਜਿਹੜੇ ਬੇਭਰੋਸਗੀ ਮਤਾ, ਜਿਹੜੇ ਪਾਰਲੀਮੈਂਟ ਦੇ ਨਿਯਮ ਕਹਿੰਦੇ ਨੇ ਜਾਂ ਵਿਧਾਨ ਸਭਾ ਦੇ ਨਿਯਮ ਕਹਿੰਦੇ, ਉਦੋਂ ਬੁਲਾਇਆ ਜਾਂਦਾ ਜਦੋਂ ਤੁਹਾਡੀ ਸਰਕਾਰ ਖਤਰੇ 'ਚ ਹੋਵੇ, ਜਾਂ ਤੁਹਾਨੂੰ ਕੋਈ ਲੱਗਦਾ ਕਿ ਸਾਡੇ MLA ਟੁੱਟ ਕੇ ਜਾ ਸਕਦੇ ਨੇ। ਤੁਹਾਨੂੰ ਕੀ ਹੈ, ਬੇਭਰੋਸਗੀ ਮਤਲਬ ਤੁਹਾਡੇ MLA ਤੇ ਤੁਹਾਡੇ ਤੇ ਵਿਸ਼ਵਾਸ ਹੀ ਨਹੀਂ ਹੈਗਾ। ਕਿਹੜਾ MLA ਜਿਹੜਾ ਟੁੱਟ ਕੇ ਜਾਣਾ ਚਾਹੁੰਦਾ? ਤੁਹਾਡੇ ਜਦ MLA ਕਹਿ ਰਹੇ ਕਿ ਅਸੀਂ ਕੱਟੜ ਇਮਾਨਦਾਰ ਹਾਂ, ਤੇ ਫਿਰ ਇਹ ਸਿਆਸੀ ਡਰਾਮਾ ਕਰਨ ਦੀ ਕੀ ਲੋੜ ਆ? ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿੱਦਾਂ ਦਿੱਲੀ ਵਾਲੇ ਕਹਿ ਰਹੇ ਨੇ, ਉੱਦਾਂ ਭਗਵੰਤ ਮਾਨ ਸਾਹਿਬ ਕਰ ਰਹੇ ਨੇ, ਜਾਂ ਪੰਜਾਬ ਸਰਕਾਰ ਕਰ ਰਹੀ ਆ। ਇਹ ਐਡੀ ਵੱਡੀ ਗੱਲ ਹੀ ਨਹੀਂ ਸੀ ਕਿ ਬੇਭਰੋਸਗੀ ਮਤਾ, ਮਤਲਬ ਬੇਭਰੋਸਗੀ ਕਿਸ ਤੇ ਆ? ਪੰਜਾਬ ਦੀ ਜਨਤਾ ਨੇ ਤੁਹਾਨੂੰ 92 ਸੀਟਾਂ ਦਿੱਤੀਆਂ, ਤੁਹਾਨੂੰ ਆਪਣੇ 92 ਵਿਧਾਇਕਾਂ ਤੇ ਪੂਰਨ ਰੂਪ ਵਿੱਚ ਵਿਸ਼ਵਾਸ ਆ। ਤੇ ਤੁਸੀਂ ਜਦ ਇਹ ਕਹਿ ਰਹੇ ਹੋ ਕਿ ਬੇਭਰੋਸਗੀ ਆ, ਤੇ ਬੇਭਰੋਸਗੀ ਦਾ ਮੈਨੂੰ ਲੱਗਦਾ ਕਿ ਮਹਿਜ਼ ਇੱਕ ਸਰਕਾਰੀ ਖਜ਼ਾਨੇ ਤੇ ਇੱਕ ਬੋਝ ਹੋਏਗਾ। ਔਰ ਉੱਦਾਂ ਤੁਸੀਂ ਕਹਿੰਦੇ ਕਿ ਅਸੀਂ ਪੈਸੇ ਬਚਾ ਰਹੇ ਹਾਂ, ਵੀ ਦੇਖੋ ਅਸੀਂ 1 ਟਰਮ 1 ਪੈਨਸ਼ਨ ਕੀਤੀ ਆ, 5 ਸਾਲਾਂ 'ਚ 80 ਕਰੋੜ ਰੁਪਈਆ ਬਚ ਜੂਗਾ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਐਡਵਰਟਾਈਜ਼ਮੈਂਟ ਦੇਤੀ, ਆ ਹੁਣ ਤੁਸੀਂ ਬੇਭਰੋਸਗੀ ਵਾਲਾ ਮਤਾ 1 ਕਰੋੜ ਰੁਪਈਆ ਸਰਕਾਰ ਦਾ ਖਰਚਾ। ਪੰਜਾਬ ਦੇ ਲੋਕ ਇਹ ਉਮੀਦ ਰੱਖਣ ਕਿ ਜਿਹੜਾ 1 ਦਿਨ ਦਾ ਸੈਸ਼ਨ ਹੋਏਗਾ, ਕੀ ਉਸ ਦੇ ਵਿੱਚ ਕੇਵਲ ਤੇ ਕੇਵਲ ਬੇਭਰੋਸਗੀ ਜਿਹੜਾ ਮਤਾ ਹੈ ਉਹੀ ਪਾਸ ਹੋਏਗਾ, ਜਾਂ ਫਿਰ ਹੋਰ ਵੀ ਕੋਈ ਫੈਸਲਾ ਲਿਆ ਜਾ ਸਕਦਾ ਉਸ ਦਿਨ ਪੰਜਾਬ ਦੇ ਲੋਕਾਂ ਲਈ? ਦੇਖੋ, ਮੈਨੂੰ ਲੱਗਦਾ ਕਿ ਜੇ ਤੁਸੀਂ ਇੰਨਾ ਹੀ ਡਰਾਮਾ ਕਰਨਾ ਹੈਗਾ, ਕਿਉਂਕਿ ਪੋਲੀਟੀਕਲ ਪਾਰਟੀਆਂ ਡਰਾਮੇ ਕਰਦੀਆਂ, ਤੇ ਤੁਸੀਂ ਆਪਣੇ ਜਿਹੜੇ 92 ਵਿਧਾਇਕ, ਜ਼ਰੂਰੀ ਤੁਸੀਂ ਉੱਥੇ 1 ਦਿਨ ਦਾ ਡਰਾਮਾ ਕਰਨਾ ਹੈਗਾ? ਤੁਸੀਂ 1 ਕਰੋੜ ਰੁਪਈਆ ਖਰਚ ਕਰ ਦੇਣਾ ਹੈਗਾ ਪੰਜਾਬ ਦੇ ਖਜ਼ਾਨੇ 'ਚੋਂ, ਤੁਸੀਂ 92 ਵਿਧਾਇਕ ਚੁੱਕ ਕੇ ਗਵਰਨਰ ਕੋਲ ਲੈ ਜਾਓ। ਆ ਦੇਖੋ ਜੀ, ਸਾਡੀ ਸਰਕਾਰ ਵੀ ਸੁਰੱਖਿਅਤ ਆ, ਸਾਡੇ MLA ਜਿਹੜੀ ਜਿੱਦਾਂ ਤੁਸੀਂ ਇਲਜ਼ਾਮ ਲਗੇ ਆ ਤੁਹਾਡੀ ਸੈਂਟਰ ਵਾਲੇ ਤੋੜਨਾ ਚਾਹੁੰਦੇ, ਪਰ ਤੁਹਾਡੇ ਸਾਹਮਣੇ ਅਸੀਂ 92 ਖੜੇ ਜੇ। ਗਵਰਨਰ ਦੇ ਪਰੇਡ ਕਰਵਾ ਦੇਣ, ਆਪਣੀ ਮੀਡੀਆ ਦੇ ਸਾਹਮਣੇ ਪਰੇਡ ਕਰਵਾ ਦੇਣ। ਇੱਕ ਦੂਜਾ ਰਾਹ ਹੋਰ ਵੀ ਆ, ਕਿਉਂਕਿ ਅਧਿਕਾਰਤ ਤੌਰ ਤੇ ਹਰੇਕ ਦੇ ਟਵਿੱਟਰ ਹੈਂਡਲ ਬਣਾ ਦਿੱਤੇ ਗਏ ਆ IT ਸੈੱਲ ਦੇ ਵੱਲੋਂ। 92 ਦੇ 92 ਟਵੀਟ ਕਰ ਦੇਣ ਕਿ ਅਸੀਂ ਤੇ ਆਮ ਆਦਮੀ ਪਾਰਟੀ ਨਾਲ ਖੜੇ ਆ ਪੱਕੇ ਤੌਰ ਤੇ। ਬਿਲਕੁਲ, ਜੋ ਅਰਵਿੰਦ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਮੈਂ ਦਿੱਲੀ ਦੇ ਵਿੱਚ ਇਹ ਕੀਤਾ ਸੀ, ਤੇ ਤੁਸੀਂ ਵੀ ਪੰਜਾਬ ਦੇ ਵਿੱਚ ਇਹ ਕਰੋ। ਮੈਂ ਰਾਤੀ ਲੂਣ ਦੇ ਨਾਲ ਰੋਟੀ ਖਾਧੀ, ਤੁਸੀਂ ਵੀ ਲੂਣ ਦੇ ਨਾਲ ਰੋਟੀ ਖਾਓ। ਰਾਤੀ ਮੈਂ ਪੈਂਟ ਕਮੀਜ਼ ਪਾਈ, ਤੁਸੀਂ ਵੀ ਪੈਂਟ ਕਮੀਜ਼ ਪਾਓ। ਰਾਤੀ ਮੈਂ 1 ਦਿਨ ਦਾ ਭੁੱਖ ਰੱਖੀ ਸੀ, ਉਹ ਰੱਖਦੇ ਹੈਗੇ ਆ ਵੀ ਮੈਂ ਅਜੇ ਅੰਨ ਨਹੀਂ ਖਾਣਾ ਗਾ, ਤੁਸੀਂ ਵੀ ਰੱਖੋ। ਮਤਲਬ ਜੇ ਉਹਨਾਂ ਨੂੰ ਖੰਘ ਆਉਂਦੀ ਨਾ, ਤੇ ਛਿੱਕਾਂ ਇੱਥੇ ਆਉਂਦੀਆਂ ਨੇ, ਜੇ ਟੀਕਾ ਉੱਥੇ ਲੱਗਦਾ ਤੇ ਦਰਦ ਇੱਥੇ ਹੁੰਦੀ ਆ। ਮਤਲਬ ਜੋ ਦਿੱਲੀ ਵਾਲੇ ਕਹਿਣਗੇ ਇਹਨਾਂ ਨੇ ਕਰਨਾ ਹੀ ਕਰਨਾ ਹੈਗਾ, ਕਿਉਂਕਿ ਮਜਬੂਰੀ ਆ। ਮਜਬੂਰੀ ਦਾ ਨਾਮ ਅੱਜ ਕੱਲ੍ਹ ਕਹਿ ਸਕਦੇ ਕਿ ਭਗਵੰਤ ਮਾਨ ਕਹਿ ਲਓ ਜਾਂ ਪੰਜਾਬ ਸਰਕਾਰ ਕਹਿ ਲਓ, ਠੀਕ ਹੈ। ਯਾਰ ਤੁਹਾਨੂੰ ਤੋੜ ਕੌਣ ਰਿਹਾ ਹੈਗਾ ਹੈ? ਤੁਸੀਂ ਇੰਨੀ ਕਾਹਲੀ ਦੇ ਵਿੱਚ ਇਹ ਡਰਾਮਾ ਰਚ ਬੈਠੇ ਹੈਗੇ, ਕਿਉਂਕਿ ਆਪਣੇ ਟਰੈਪ 'ਚ ਫਸ ਕੇ ਉਹਨੂੰ ਹੌਲੀ ਹੌਲੀ ਉਹਨੂੰ ਮਜ਼ਬੂਤ ਕਰ ਲੱਗੇ। ਜਿੱਦਣ BJP ਨੇ ਤੋੜਨਾ, ਜਿੱਦਾਂ BJP ਦਾ ਇਤਿਹਾਸ ਹੈ, ਕਿਉਂਕਿ ਤਰਕ ਦਿੰਦੇ, ਦਲੀਲ ਦਿੰਦੇ, ਉਦੋਂ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ, ਜਿੱਦਾਂ ਮਹਾਰਾਸ਼ਟਰ ਦੇ ਵਿੱਚ ਨਹੀਂ ਲੱਗਾ ਗਾ। ਪਰ ਤੁਸੀਂ ਕਿਉਂਕਿ ਗੁਜਰਾਤ ਦੀ ਚੋਣਾਂ ਤੁਹਾਡੇ ਧਿਆਨ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਨੇ, ਤੇ ਤੁਸੀਂ 24 ਦੇ ਵਿੱਚ BJP ਦੇ ਖਿਲਾਫ ਲੜਨਾ ਚਾਹੁੰਦੇ। ਅੱਛੀ ਗੱਲ, ਲੜੋ। ਉੱਥੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਆਮ ਆਦਮੀ ਪਾਰਟੀ ਦੀ ਆਕਾ ਹੋਣੀ ਚਾਹੀਦੀ ਆ, ਕਿ ਜ਼ਰੂਰੀ ਕਿ ਤੁਸੀਂ ਸਾਰੀ ਉਮਰ ਮੁੱਖ ਮੰਤਰੀ ਬਣਨਾ। ਅਗਲਾ ਕਹਿੰਦਾ ਹੋਣਾ ਕਿ ਨਰਿੰਦਰ ਮੋਦੀ ਸਾਹਿਬ ਵੀ 3 ਵਾਰ ਮੁੱਖ ਮੰਤਰੀ ਬਣੇ ਸੀ, ਤੇ ਮੈਂ ਵੀ 3 ਵਾਰ ਮੁੱਖ ਮੰਤਰੀ ਬਣ ਗਿਆ, ਮੈਨੂੰ ਵੀ ਤੇ ਅਗਲੀ ਪੌੜੀ ਚੜ੍ਹਨੀ ਚਾਹੀਦੀ, ਉਹ ਪ੍ਰਧਾਨ ਮੰਤਰੀ ਦੀ ਆ। ਲੜਨੀ ਚਾਹੀਦੀ, ਹਰ ਇੱਕ ਨੂੰ ਲੜਨੀ ਚਾਹੀਦੀ ਹੈ। ਜਿੱਥੇ ਕਾਕਾ ਜੋਗਿੰਦਰ ਸਿੰਘ ਧਰਤੀ ਪਕੜ ਕਹਿੰਦੇ ਹੁੰਦੇ, ਉਹਨੇ ਹਰ MLA ਦੀ, ਸਰਪੰਚ ਦੀ, ਮੈਂਬਰ ਪਾਰਲੀਮੈਂਟ ਦੀ, ਰਾਸ਼ਟਰਪਤੀ ਦੀ, ਉਪ ਰਾਸ਼ਟਰਪਤੀ ਚੋਣ ਲੜੀ। ਹਰ ਇੱਕ ਨੂੰ ਰਾਈਟ ਆ। ਪਰ ਜਿੱਥੋਂ ਤੱਕ ਇਹ ਹੈ ਕਿ ਜੇ ਦਿੱਲੀ ਵਾਲਿਆਂ ਦੇ ਟੀਕਾ ਲੱਗਦਾ ਤੇ ਪੀੜ ਪੰਜਾਬ ਵਾਲਿਆਂ ਨੂੰ, ਜੇ ਪੰਜਾਬ ਵਾਲਿਆਂ ਨੂੰ ਟੀਕਾ ਲੱਗਦਾ ਦਿੱਲੀ ਵਾਲਿਆਂ ਨੂੰ ਪੀੜ ਹੋਣੀ ਚਾਹੀਦੀ ਹੈ। ਇੰਨਾ ਇੱਕ ਦੂਜੇ ਦੇ ਹਮ ਰੁਤਬਾ। ਪਰ ਮੈਨੂੰ ਲੱਗਦਾ ਕਿ ਆਹ ਜਿਹੜਾ ਤੁਸੀਂ ਵਿਸ਼ੇਸ਼ ਸਪੈਸ਼ਲ ਸੈਸ਼ਨ ਬੁਲਾ ਰਹੇ ਹੋ, ਇਹਦੇ 'ਚ ਸਿਰਫ ਇਹ ਵਾਲਾ ਏਜੰਡਾ ਨਾ ਬੁਲਾਓ ਕਿ ਅਸੀਂ ਇਕੱਠੇ ਹਾਂ ਜੀ, ਸਾਨੂੰ ਕੋਈ ਤੋੜ ਨਹੀਂ ਸਕਦਾ। ਇਹਦੇ 'ਚ ਕਹੋ ਜੀ ਸਾਨੂੰ SYL, ਅਸੀਂ ਪੰਜਾਬ 'ਚੋਂ ਇੱਕ ਪਾਣੀ ਦੀ ਬੂੰਦ ਨਹੀਂ ਜਾਣ ਦੇਣੀ, ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨਹੀਂ ਪੰਜਾਬ ਯੂਨੀਵਰਸਿਟੀ ਨਹੀਂ ਜਾਣ ਦੇਣੀ ਜੀ, ਅਸੀਂ ਚੰਡੀਗੜ੍ਹ ਸਾਡਾ ਲੈ ਕੇ ਰਵਾਂਗੇ,
ਪੰਜਾਬ ਵਿਧਾਨ ਸਭਾ ਸਾਡੀ ਆ, ਹਰਿਆਣਾ ਇੱਥੋਂ ਚਲਾ ਜਾਵੇ, ਪੰਜਾਬ ਹਾਈ ਕੋਰਟ ਸਾਡੀ ਆ, ਹਰਿਆਣਾ ਆਪਣੀ ਵੱਖਰੀ ਬਣਾ ਲੇ, ਆਰਮੀ ਦੇ ਵਿੱਚ ਫਿਰ ਜਿਹੜਾ ਪੰਜਾਬੀਆਂ ਦਾ ਕੋਟਾ ਵਧਾਇਆ ਜਾਵੇ, ਸਾਡੇ ਹੱਕ ਸਾਨੂੰ ਦਿੱਤੇ ਜਾਣ, ਸਾਡੇ ਤੁਸੀਂ ਜਿਹੜੇ ਫੰਡ ਰੋਕੇ ਨੇ ਉਹ ਦਿੱਤੇ ਜਾਣ, ਸਪੈਸ਼ਲ ਕਿਸਾਨਾਂ ਨੂੰ, ਜੇ ਤੁਸੀਂ ਵੱਡੇ ਵੱਡੇ ਉਦਯੋਗਪਤੀਆਂ ਨੂੰ, ਅਬਾਨੀਆਂ ਨੂੰ, ਉਡਾਨੀਆਂ ਨੂੰ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਕਰੋੜਾਂ ਦੇ ਮਾਫ ਕਰ ਸਕਦੇ ਕਰਜ਼ੇ, ਤੇ ਫਿਰ ਕਿਸਾਨਾਂ ਦੇ ਕਿਉਂ ਨਹੀਂ ਕਰਜ਼ੇ ਮਾਫ ਕਰ ਸਕਦੇ। ਇਹ ਜਿਹੜੀਆਂ ਮੋਟੀਆਂ ਮੰਗਾਂ ਅਸੀਂ ਬਾਰਡਰ ਸਟੇਟ ਤੇ ਬੈਠੇ ਆ, ਦੁਸ਼ਮਣ ਦੇਸ਼ ਆ, ਕਰਦਾ ਤੇ ਹਮਲਾ ਭਾਰਤ ਦੇ, ਪਰ ਨੁਕਸਾਨ ਸਾਡਾ ਹੁੰਦਾ। ਜਿੱਦਾਂ ਹਿਲ ਸਟੇਸ਼ਨਸ ਨੂੰ, ਹਿਲ ਸਟੇਟਸ ਨੂੰ ਵਿਸ਼ੇਸ਼ ਪੈਕੇਜ, ਵਿਸ਼ੇਸ਼ ਰਿਆਇਤਾਂ, ਛੋਟਾਂ ਦਿੱਤੀਆਂ, ਉਹ ਸਾਨੂੰ ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਹਰ ਵਾਰ ਸੰਤਾਪ ਅਸੀਂ ਝੱਲਦੇ, 1947 ਤੋਂ ਲੈ ਕੇ ਤਾਂ ਹੁਣ ਤੱਕ ਅਸੀਂ ਸੰਤਾਪ ਝੱਲਦੇ ਨੇ। ਜੇ ਕੋਈ ਉੱਥੋਂ ਦੁਸ਼ਮਣ ਦੇਸ਼ ਤੋਂ ਅਟੈਕ ਹੁੰਦਾ, ਉਹ ਧਰਤੀ ਪੰਜਾਬ ਚੁਣੀ ਜਾਂਦੀ ਹੈਗੀ ਆ। ਨਸ਼ੇ ਵੱਖਰੀ ਗੱਲ, ਹੁਣ ਗੁਜਰਾਤ ਥਾਣੀ ਆਉਣੇ ਸ਼ੁਰੂ ਹੋ ਗਏ ਪੰਜਾਬ ਬਾਰੇ, ਵੀ ਸਾਡੀ ਉਹ ਭਰਪਾਈ ਕਰੋ। ਇਹ ਨਹੀਂ ਹੈ ਕਿ ਆ 92 ਵਿਧਾਇਕ ਸਾਡੇ ਨੇ, ਤੁਹਾਡੇ ਹੀ ਆ, ਤੁਹਾਡੇ ਰਹਿਣੇ ਨੇ, ਤੇ ਤੁਸੀਂ ਇਹ ਦੱਸੋ ਕਿ ਜਿਹੜੇ ਕੌਣ ਤੋੜ ਰਿਹਾ, ਤੁਸੀਂ ਅਜੇ ਤੱਕ ਪ੍ਰੂਵ ਨਹੀਂ ਕਰ ਰਹੇ। ਹਫਤਾ ਹੋ ਗਿਆ, ਤੁਸੀਂ 5 ਪ੍ਰੈਸ ਕਾਨਫਰੰਸ ਕਰਤੀਆਂ, ਹਰਪਾਲ ਸਿੰਘ ਚੀਮੇ ਨੇ 2 ਕਰਤੀਆਂ, ਮੀਤ ਹੇਰ ਨੇ ਕਰਤੀ, ਮਲਵਿੰਦਰ ਸਿੰਘ ਕੰਗ ਨੇ ਕਰਤੀ, ਬਾਕੀਆਂ ਨੇ ਵੀ ਸਾਰਿਆਂ ਨੇ ਕਰਤੀਆਂ, ਭਗਵੰਤ ਮਾਨ ਸਾਹਿਬ ਨੇ ਉੱਥੋਂ ਕਰ ਦਿੱਤੀ ਹੈਗੀ। ਇਹ ਮੈਨੂੰ ਲੱਗਦਾ ਕਿ ਬੁਲਾਓ ਸੈਸ਼ਨ, 1 ਦਿਨ ਦਾ ਕਿਉਂ ਬੁਲਾਓ, 5 ਦਿਨ ਦਾ ਬੁਲਾਓ। ਤੁਸੀਂ ਤਾਂ ਪਿਛਲੀਆਂ ਸਰਕਾਰਾਂ ਕਹਿੰਦੇ ਸੀ ਕਿ ਜੀ ਸੈਸ਼ਨ ਨਹੀਂ ਬੁਲਾਉਂਦੇ, ਤੁਸੀਂ 1 ਦਿਨ ਬੁਲਾ ਕੇ ਕੋਈ 1 ਦਿਨ ਰੱਖ ਲਓ ਸੈਸ਼ਨ, ਬੇਭਰੋਸਗੀ ਵਾਲਾ ਰੱਖ ਲਓ ਕਿ ਸਾਡੇ ਵਿਧਾਇਕ ਨੇ, ਨਾਲ 3 ਦਿਨ ਦਾ ਹੋਰ ਵੀ ਕਰੋ, ਪੰਜਾਬ ਦੇ ਭੱਖ ਦੇ ਮਸਲੇ ਕਰੋ। ਤੁਹਾਡੇ ਮੰਤਰੀਆਂ ਤੇ ਲੱਗ ਰਹੇ ਨੇ ਦੋਸ਼, ਲੱਗ ਰਹੇ ਨੇ, ਉਹ ਦੱਸੋ। ਤੁਸੀਂ ਰੁਜ਼ਗਾਰ ਤੁਸੀਂ ਅੱਜ ਵੀ ਲਾਠੀ ਚਾਰਜ ਕੀਤਾ, ਮੁੰਡੇ ਕੁੜੀਆਂ ਕੁੱਟੇ ਹੈਗੇ ਨੇ, ਸਾਰਾ ਦੋ ਜਵਾਬ ਜੋ ਤੁਸੀਂ ਪਿਛਲੀਆਂ ਸਰਕਾਰਾਂ ਕੋਲ ਮੰਗਦੇ ਰਹੇ ਹੋ, ਤੇ ਹੁਣ ਆਪ ਕਿਉਂ ਜਵਾਬ ਦੇਣ ਤੋਂ ਭੱਜ ਰਹੇ ਹੋ। ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਵਾਕਈ ਕਰਨਾ, ਡਰਾਮਾ ਕਰਨਾ, ਕਰੋ, ਅੱਛੀ ਗੱਲ ਹੈ, ਕਿਉਂਕਿ ਸਿਆਸਤ ਅੱਜ ਕੱਲ੍ਹ ਡਰਾਮੇ ਤੋਂ ਬਗੈਰ ਨਹੀਂ ਚੱਲਦੀ। ਅੱਜ ਕੱਲ੍ਹ ਸਿਆਸਤ ਮਾਰਕੀਟਿੰਗ ਵਾਂਗ ਹੋ ਗਈ ਆ, ਮਾਰਕੀਟਿੰਗ ਕਰੋ। ਜਿੱਦਾਂ ਕੋਈ ਵੀ ਜਿਹੜੀ ਕੰਪਨੀਆਂ ਪ੍ਰੋਡਕਟ ਬਣਾਉਂਦੀਆਂ ਤੇ ਉਹ ਮਾਰਕੀਟਿੰਗ ਕਰਦੇ ਨਾ, ਸਿਆਸਤ ਵੀ ਅੱਜ ਕੱਲ੍ਹ ਮਾਰਕੀਟਿੰਗ ਹੀ ਹੋ ਗਈ ਆ। ਬੀਜੇਪੀ ਮਾਰਕੀਟਿੰਗ ਕਰਦੀ ਆ ਰਹੀ, ਆਮ ਆਦਮੀ ਪਾਰਟੀ ਮਾਰਕੀਟਿੰਗ ਕਰਦੀ ਹੈਗੀ ਆ। ਤੇ ਮੈਨੂੰ ਲੱਗਦਾ ਇਹਨਾਂ ਨੂੰ ਮਾਰਕੀਟਿੰਗ ਕਰਨੀ ਚਾਹੀਦੀ ਹੈ ਸਿਆਸਤ, ਪਰ ਨਾਲ ਆ ਕਿ ਪੰਜਾਬ ਦੇ ਜਿਹੜੇ ਭੱਖ ਦੇ ਤੇ ਜਿਹੜੇ ਦਰਪੇਸ਼ ਮੁਸ਼ਕਲਾਂ ਨੇ ਉਸ 'ਤੇ ਹੋਣਾ ਚਾਹੀਦਾ। 1.5 ਲੱਖ ਸਾਡਾ ਗੋਕਾ ਡੰਗਰ ਮਰ ਗਿਆ ਹੈਗਾ ਲੰਪੀ ਸਕਿਨ ਬਿਮਾਰੀ ਤੋਂ, ਸਰਕਾਰ ਨੇ ਉਸ 'ਤੇ ਕੋਈ ਨਹੀਂ ਕਾਰਵਾਈ ਕੀਤੀ। ਚੀਨੀ ਵਾਇਰਸ ਆ ਗਿਆ, ਲੋਕਾਂ ਨੇ ਪੈਲੀਆਂ ਦੀਆਂ ਪੈਲੀਆਂ ਝੋਨਾ ਵਾਹ ਦਿੱਤਾ ਹੈਗਾ, ਸਰਕਾਰ ਉਸ 'ਤੇ ਕੋਈ ਨਹੀਂ ਬੋਲੀ ਹੈਗੀ। ਜਿਹੜੇ ਤੁਸੀਂ ਥਾਂ ਛਡਾਏ ਸੀ ਜਾ ਕੇ ਮੁੱਖ ਮੰਤਰੀ ਨੇ ਤੇ ਕੁਲਦੀਪ ਸਿੰਘ ਧਾਲੀਵਾਲ ਨੇ, ਲੋਕਾਂ ਨੇ ਫਿਰ ਸਟੇ ਲੈ ਲਏ। ਬੁਲਾਓ, ਉਹਨਾਂ 'ਤੇ ਵੀ ਗੱਲ ਕਰੋ ਨਾ। ਤੇ ਮੈਨੂੰ ਲੱਗਦਾ ਕਿ ਜੇ ਬੁਲਾਉਣਾ ਬੁਲਾਓ, ਕਿਉਂਕਿ ਸਰਕਾਰ ਆ, ਸਰਕਾਰ ਬੁਲਾ ਸਕਦੀ ਹੈਗੀ ਕੋਈ ਵੀ 1 ਦਿਨ 2 ਦਿਨ, ਪਰ ਨਾਲੇ ਜਿਹੜੇ ਪੰਜਾਬ ਦੇ ਭੱਖ ਦੇ ਮਸਲੇ ਨਾ, ਇਸ 'ਤੇ ਵੀ ਗੱਲ ਹੋਣੀ ਚਾਹੀਦੀ। ਇਹ ਨਹੀਂ ਹੈ ਕਿ 1 ਦਿਨ ਤੁਸੀਂ ਕਹਿ ਦੇ ਕਿ 1 ਦਿਨ ਅਸੀਂ ਬੱਲੇ ਬੱਲੇ ਹੋ ਗਏ ਜੀ, ਆ ਦੇਖੋ 92 ਸਾਡੇ 92 ਤੁਹਾਡੇ ਹੀ ਰਹਿਣੇ ਨੇ, ਪਰ ਸਵਾਲ ਹੈ ਕਿ ਨਾਲ ਪੰਜਾਬ ਦੀ ਜਨਤਾ ਦਾ ਵੀ ਖਿਆਲ ਰੱਖਿਆ ਜਾਵੇ। ਜੀ ਬਹੁਤ ਸ਼ੁਕਰੀਆ, ਧੰਨਵਾਦ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਸ ਮਸਲੇ ਦੇ ਉੱਤੇ ਗੱਲ ਕਰਨੀ ਲਾਜ਼ਮੀ ਸੀ, ਕਿਉਂਕਿ 1 ਦਿਨ ਦਾ ਸੈਸ਼ਨ ਜਿਹੜਾ ਸੱਦਿਆ ਜਾ ਰਿਹਾ ਉਸ ਦਾ ਮਕਸਦ ਕੀ ਹੋਣਾ ਚਾਹੀਦਾ ਔਰ ਮਕਸਦ ਕੀ ਹੈ ਸਰਕਾਰ ਦਾ, ਇਹ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਉਮੀਦ ਹੈ ਕਿ ਇਸ ਦੇ ਨਾਲ ਤੁਹਾਨੂੰ ਵੀ ਕੋਈ ਨਾ ਕੋਈ ਜ਼ਰੂਰ ਨਵੀਂ ਜਾਣਕਾਰੀ ਮਿਲੀ ਹੋਵੇਗੀ। ਫਿਲਹਾਲ ਅੱਜ ਦੀ ਚਰਚਾ ਵਿੱਚ ਇੰਨਾ ਹੀ, ਸਾਨੂੰ ਦਿਓ ਆਗਿਆ, ਧੰਨਵਾਦ।